ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੈ ਨੀਸਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਟੋਟ, ਕਥ ਕਥ ਕਥੀ ਕੋਟि ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪ੍ਰਗਟ ਸਰੂਪ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਅੱਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਜਪਜੀ ਸਾਹਿਬ ਵਿੱਚ ਇਹ ਤੀਸਰੀ ਪੌੜੀ ਦੇ ਵਿਚਾਰ ਤੋਂ ਆਰੰਭ ਕਰਾਂਗੇ। ਇਸ ਸਾਰੀ ਪੌੜੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸਰਲ ਤੇ ਸਿੱਧਾ ਰਸਤਾ ਉਸ ਵਾਹਿਗੁਰੂ ਨਾਲ ਜੋੜ ਪਾਉਣ ਦਾ ਦੱਸਿਆ ਹੈ, ਕਿਉਂਕਿ ਉਸ ਅਕਾਲ ਪੁਰਖ ਸਿਰਜਣਹਾਰ ਨਾਲ ਜਿੱਥੇ ਜੁੜਨਾ ਬੜਾ ਜ਼ਰੂਰੀ ਹੈ, ਉੱਥੇ ਕਠਿਨ ਵੀ ਬੜਾ ਹੈ। ਕਠਿਨ ਇਸ ਕਰਕੇ ਹੈ ਅਸੀਂ ਸਰੀਰ ਧਾਰੀ ਹਾਂ ਤੇ ਉਹ ਸਰੀਰ ਤੋਂ ਬਿਨਾਂ ਹੈ। ਹੁਣ ਦੋਵੇਂ ਇੱਕੋ ਤਲ ਤੇ ਹੋਣ, ਜਾਂ ਤੇ ਉਹ ਸਰੀਰ ਵਾਲਾ ਬਣੇ ਤੇ ਜਾਂ ਅਸੀਂ ਸਰੀਰ ਤੋਂ ਪਾਰ ਜਾਈਏ। ਦੋਵਾਂ ਵਿੱਚੋਂ ਇੱਕ ਕੰਮ ਹੋਏਗਾ ਤੇ ਜੋੜ ਤਾਂ ਪੈਣਾ। ਸਾਡੇ ਵਿੱਚ ਇਹ ਸਮਰੱਥਾ ਨਹੀਂ ਅਸੀਂ ਉਹਦੇ ਵਰਗੇ ਬਣ ਜਾਈਏ, ਇਸ ਲਈ ਉਹਨੂੰ ਤਰਸ ਆਇਆ। ਉਹਨੇ ਗੁਰੂ ਦਾ ਰੂਪ ਧਾਰਿਆ, ਗੁਰੂ ਨਾਨਕ ਸਾਹਿਬ ਜੀ ਦਾ, ਤੇ ਗੁਰੂ ਨਾਨਕ ਸਾਹਿਬ ਨੇ ਵੇਖਿਆ ਬਈ ਮੇਰਾ ਸਰੀਰ ਕਿਹੜਾ ਲਗਾਤਾਰ ਸਾਰੇ ਥਾਵਾਂ ਤੇ ਰਹਿਣਾ। ਇਸ ਲਈ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਹੋਰ ਤਰਸ ਕੀਤਾ, ਉਹਨਾਂ ਬਾਣੀ ਦਾ ਰੂਪ ਧਾਰਨ ਕਰ ਲਿਆ। ਉਹਦੇ ਵਿੱਚ ਅੱਜ ਕੁਝ ਤਰੀਕੇ ਸਰਲ ਤੇ ਸੌਖੇ ਮਨੁੱਖਤਾ ਵਾਸਤੇ ਦੱਸੇ ਨੇ। ਤਕਰੀਬਨ ਇਸ ਤੀਜੀ ਪੌੜੀ ਵਿੱਚ 6-7 ਜੁਗਤੀਆਂ ਨੇ ਵਾਹਿਗੁਰੂ ਨਾਲ ਜੁੜਨ ਦੀਆਂ, ਕਿ ਕਿਵੇਂ ਉਹਦੇ ਨਾਲ ਇੱਕ ਆਮ ਮਨੁੱਖ ਜੁੜ ਸਕਦਾ ਹੈ। ਇਸ ਸਾਰੀ ਪੌੜੀ ਦਾ ਸਿਧਾਂਤ ਹੈ ਕਿ ਉਹਦੇ ਵੱਲੋਂ ਬਖਸ਼ੀਆਂ ਹੋਈਆਂ ਵਸਤੂਆਂ ਨੂੰ ਵੇਖ ਕੇ ਉਹਨੂੰ ਯਾਦ ਕਰਨਾ ਕਿ ਉਹ ਕਰਤਾ ਹੈ, ਉਹ ਕਰਨ ਵਾਲਾ, ਉਹਨੂੰ ਚੇਤੇ ਕਰਨਾ ਕਿ ਉਹਨੇ ਆਹ ਵਸਤੂਆਂ ਸਾਨੂੰ ਦਿੱਤੀਆਂ ਨੇ। ਇਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਪਦਾਰਥ ਭਗਤੀ। ਜਿਹੜੀਆਂ ਵਸਤੂਆਂ ਉਹਨੇ ਦਿੱਤੀਆਂ ਉਹਨਾਂ ਨੂੰ ਵੇਖ ਕੇ
ਉਹਨੂੰ ਚੇਤੇ ਕਰੀ ਜਾਣਾ, ਉਹਨੂੰ ਯਾਦ, ਭਗਤੀ ਕਰਨੀ, ਦਾਤ ਨੂੰ ਚੇਤੇ ਰੱਖ ਕੇ ਯਾਦ ਕਰਨਾ। ਇਥੋਂ ਸੱਚੇ ਪਾਤਸ਼ਾਹ ਜੀ ਕਹਿੰਦੇ, ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਜੇ ਕੋਈ ਉਹਨੂੰ ਇਸ ਤਰ੍ਹਾਂ ਗਾਏ, ਇੱਕ ਤੇ ਤਾਣ ਨਾਲ ਗਾਏ, ਤਾਣ ਦਾ ਅਰਥ ਹੈ ਸ਼ਕਤੀ, ਹੋਵੈ ਕਿਸੈ ਤਾਣ, ਉਹਦੇ ਦਰ ਤੋਂ ਉਹਨੂੰ ਸ਼ਕਤੀ ਮਿਲਦੀ, ਉਹਦੇ ਕੋਲ ਉਹਦੇ ਰਾਹ ਵਿੱਚ ਸ਼ਕਤੀ। ਵਾਹਿਗੁਰੂ ਬੜਾ ਸ਼ਕਤੀਸ਼ਾਲੀ। ਕਮਜ਼ੋਰ ਬੰਦਾ ਉਹਨੂੰ ਯਾਦ ਕਰੇ ਤੇ ਵਾਹਿਗੁਰੂ ਦੇ ਦਰ ਤੋਂ ਉਹਨੂੰ ਸ਼ਕਤੀਆਂ ਮਿਲ ਗਈਆਂ, ਇੰਨੀਆਂ ਸ਼ਕਤੀਆਂ ਮਿਲ ਗਈਆਂ, ਉਹ ਇੱਕ ਪਾਸੇ ਖਲੋ ਗਿਆ ਤੇ ਸੰਸਾਰ ਦੀ ਸ਼ਕਤੀ ਇੱਕ ਪਾਸੇ, ਉਹਨੇ ਕਦੀ ਪ੍ਰਵਾਹ ਨਹੀਂ ਕੀਤੀ। ਪਰ ਇੱਕ ਸ਼ਰਤ ਰੱਖ ਦਿੱਤੀ, ਕਹਿੰਦੇ ਗਾਵੇ ਕੋ ਤਾਣ, ਤਾਣ ਨਾਲ ਗਾਏ। ਤਾਣ ਦਾ ਅਰਥ ਹੈ ਜਿੰਨੀ ਸ਼ਕਤੀ ਅੰਦਰ ਹੈ। ਹੁਣ ਸ਼ਕਤੀ ਕਾਹਦੀ ਲਾਉਣੀ? ਤਾਕਤ ਨਾਲ ਤੇ ਉਹ ਹੱਥ ਨਹੀਂ ਆਉਂਦਾ, ਕਿਸੇ ਸਿਆਣਪ ਨਾਲ ਹੱਥ ਨਹੀਂ ਆਉਂਦਾ। ਇੱਥੇ ਤਾਣ ਕਿਉਂ ਕਿਹਾ? ਇੱਥੇ ਤਾਣ ਦੇ ਅਰਥ ਨੇ ਮਨ ਦਾ ਪੂਰਾ ਫੈਸਲਾ ਕਰ ਲੈਣਾ। ਇਹ ਬੜਾ ਔਖਾ ਹੈ, ਸਾਰਾ ਮਨ ਨਹੀਂ ਮੰਨਦਾ ਉਹਨੂੰ। ਗਾਉਂਦੇ ਆਪਾਂ ਸਾਰੇ ਹੀ ਹਾਂ, ਪੜ੍ਹਦੇ ਆਪਾਂ ਸਾਰੇ ਹਾਂ, ਪਰ ਕਿਤੇ ਅੰਦਰਲੇ ਨੂੰ ਪੁੱਛ ਕੇ ਆਪਾਂ ਕਦੀ ਵੇਖਿਆ ਨਹੀਂ ਵੀ ਤੂੰ ਕਿੰਨੇ ਕੁ % ਰੱਬ ਨੂੰ ਮਿਲਣਾ ਚਾਹੁੰਦਾ। ਜੇ ਚੰਗੀ ਤਰ੍ਹਾਂ ਟੈਸਟ ਹੋ ਜਾਏ ਤੇ ਉਹ ਜਵਾਬ ਮਿਲੇਗਾ ਵੀ ਚਲੋ ਮਿਲੇਗਾ ਠੀਕ ਹੈ, ਨਾ ਮਿਲੇਗਾ ਇਹ ਅੱਧਾ ਕੰਮ ਹੈ। ਸਾਰਾ ਤਾਣ ਲੈਣਾ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਪੂਰੇ ਮਨ ਦੇ ਨਾਲ, ਪੂਰੇ ਸੰਕਲਪ ਸ਼ਕਤੀ ਨੂੰ ਉਜਾਗਰ ਕਰਕੇ ਉਹਨੂੰ ਗਾਉਣਾ। ਇਹ ਹੈ ਗੀਤ। ਨਹੀਂ ਤਾਂ ਗਾਉਂਦੇ ਤੇ ਸਾਰੇ ਹੀ ਫਿਰਦੇ ਨੇ, ਗਾਉਂਦੇ ਨੇ, ਕੋਈ ਆਪਣੀ ਕਲਾ ਵਾਸਤੇ ਗਾਉਂਦਾ ਹੈ, ਅਸੀਂ ਸਾਰੇ ਆਪਣਾ ਕਰਨੇ ਹੀ ਆ, ਪਰ ਉਹਦੇ ਵਾਸਤੇ ਬੜੇ ਲੋਕ ਘੱਟ ਗਾਉਂਦੇ ਨੇ। ਜੇ ਕੋਈ ਬੰਦਾ ਉਹਨੂੰ ਪੂਰੇ ਪਿਆਰ ਨਾਲ ਗਾਏ, ਪੂਰੇ ਪ੍ਰਾਣਾਂ ਨਾਲ ਗਾਏ, ਪੂਰੀ ਜਿੰਦ ਲਾ ਕੇ ਗਾਏ, ਜਿਵੇਂ ਕੋਈ ਵਿਅਕਤੀ ਕਿਸੇ ਦਾ ਕਈ ਕਰੋੜਾਂ ਦਾ ਘਾਟਾ ਪੈ ਜਾਏ ਤੇ ਉਸ ਘਾਟੇ ਨੂੰ ਵਾਰ-ਵਾਰ ਗਾਉਂਦਾ ਅੰਦਰੋਂ, ਉਹਨੂੰ ਭੁੱਲਦਾ ਨਹੀਂ। ਜੇ ਕਿਸੇ ਦੀ ਜ਼ਿੰਦਗੀ ਵਿੱਚ ਹੋਰ ਕੋਈ ਨਜ਼ਦੀਕੀ ਚਲਾ ਜਾਏ ਤੇ ਉਹਨੂੰ ਵਾਰ-ਵਾਰ ਅੰਦਰੋਂ ਕੱਢਦੇ, ਦਿਨ ਰਾਤ ਉਹਦੇ ਵਾਸਤੇ ਰੋਈ ਜਾਂਦਾ। ਇਸ ਤਰ੍ਹਾਂ ਜੇ ਕੋਈ ਗਾਵੇ ਕੋ ਤਾਣ, ਇੱਥੇ ਤਾਣ ਦੇ ਅਰਥ ਨੇ ਪੂਰੀ ਇਕਾਗਰਤਾ ਦੇ ਨਾਲ। ਫਿਰ ਉਹਦੇ ਦਰ ਤੋਂ ਕੀ ਮਿਲੇਗਾ? ਕਹਿੰਦੇ ਹੋਵੇ ਕਿਸੈ ਤਾਣ, ਉਹਦੇ ਜੀਵਨ ਵਿੱਚ ਸ਼ਕਤੀ ਆ ਜਾਏਗੀ, ਤਾਕਤ ਆ ਜਾਏਗੀ, ਉਹਦੀ ਨਜ਼ਰ ਵਿੱਚ ਤਾਕਤ ਆ ਜਾਏਗੀ, ਉਹਦੇ ਸ਼ਬਦਾਂ ਵਿੱਚ ਤਾਕਤ ਆ ਜਾਏਗੀ, ਉਹਦੇ ਹੱਥਾਂ ਵਿੱਚ ਤਾਕਤ ਆ ਜਾਏਗੀ, ਉਹਦੇ ਪੈਰਾਂ ਵਿੱਚ ਤਾਕਤ। ਸ਼ਕਤੀ ਹੀ ਸ਼ਕਤੀ। ਇਹ ਇੱਕ ਗਾਉਣ ਦਾ ਤਰੀਕਾ ਹੈ, ਉਹਨੂੰ ਯਾਦ ਕਰਨ ਦਾ। ਭਗਤੀ ਦਾ ਪਹਿਲਾ ਤਲ ਹੈ ਉਹਨੂੰ ਤਾਣ ਨਾਲ ਗਾਉਣਾ, ਤੇ ਜਦੋਂ ਉਹਦੇ ਤੋਂ ਸ਼ਕਤੀ ਮਿਲਣੀ, ਉਹਨੂੰ ਵੇਖ ਕੇ ਉਹਦੇ ਅੱਗੇ ਝੁਕ ਜਾਣਾ ਕਿ ਤੂੰ ਮੈਨੂੰ ਸ਼ਕਤੀ ਦੇਣ ਵਾਲਾ ਦਾਤਾ ਹੈ। ਇਹ ਵੀ ਇੱਕ ਦਾਤ ਭਗਤੀ। ਅੱਜ ਦੇ ਸਾਰੇ ਪੌੜੀ ਵਿੱਚ ਦਾਤ ਭਗਤੀ ਦਾ ਜ਼ਿਕਰ ਹੈ। ਜਿਹੜੀਆਂ ਚੀਜ਼ਾਂ ਭਗਤ ਨੂੰ ਉਹਦੇ ਦਰ ਤੋਂ ਮਿਲਦੀਆਂ ਨੇ, ਉਹਨਾਂ ਵਸਤੂਆਂ ਨੂੰ ਵੇਖ-ਵੇਖ ਕੇ ਭਰੋਸਾ ਹੋਰ ਪੱਕਾ ਹੁੰਦਾ ਹੈ। ਹਜੂਰ ਅੱਗੇ ਕਹਿੰਦੇ ਗਾਵੈ ਕੋ ਦਾਤ ਜਾਣੈ ਨਿਸ਼ਾਨ। ਕਈ ਲੋਕ ਉਹਨੂੰ ਇਸ ਤਰ੍ਹਾਂ, ਕਈ ਭਗਤਾਂ ਨੇ ਇਸ ਤਰ੍ਹਾਂ ਭਗਤੀ ਕੀਤੀ ਵੀ ਕੋਲ ਕੁਝ ਨਹੀਂ ਸੀ, ਭਗਤੀ ਕਰਨ ਤੁਰ ਪਏ, ਵਾਹਿਗੁਰੂ ਦੇ ਦਰ ਤੋਂ ਦਾਤਾਂ ਮਿਲਣੀਆਂ ਸ਼ੁਰੂ ਹੋ ਗਈ, ਮਾਣ ਮਿਲ ਗਿਆ, ਕੋਈ ਪੁੱਛਦਾ ਨਹੀਂ ਸੀ, ਚੌਹਾਂ ਪਾਸੇ ਲੋਕ ਆ ਕੇ ਝੁਕਣ ਲੱਗ ਪਏ, ਕੋਈ ਨਹੀਂ ਸੀ ਜਾਣਦਾ ਪਛਾਣਦਾ, ਸਾਰਾ ਸੰਸਾਰ ਆ ਕੇ ਦਰਵਾਜ਼ੇ ਤੇ ਖਲੋ ਗਿਆ। ਹੁਣ ਇੱਥੇ ਦੋ ਰਾਹ ਨੇ, ਇੱਕ ਤਾਂ ਇਹ ਵੀ ਹੰਕਾਰ ਹੋ ਜਾਣਾ ਵੀ ਮੈਂ ਬਹੁਤ ਮਹਾਨ ਆਦਮੀ ਹਾਂ, ਤੇ ਦੂਜਾ ਰਸਤਾ ਹੈ ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਉਸ ਮਿਲੀ ਹੋਈ ਵਡਿਆਈ ਨੂੰ, ਦਾਤ ਨੂੰ, ਦਾਤਾਂ ਕਈ ਤਰ੍ਹਾਂ ਦੀਆਂ ਨੇ, ਸੰਸਾਰਕ ਨੇ, ਉਹਨੂੰ ਨਿਸ਼ਾਨੀ ਬਣਾ ਲੈਣਾ। ਗਾਵੇ ਕੋ ਦਾਤ ਜਾਣੈ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਨਿਸ਼ਾਨੀ। ਜਿਵੇਂ ਅਸੀਂ ਕੋਈ ਮਿੱਤਰ ਮਿਲਦਾ ਦੇਸ਼ ਵਿਦੇਸ਼ ਵਿੱਚ ਤੇ ਉਹ ਸਾਨੂੰ ਕੋਈ ਚੀਜ਼ ਦੇ ਦਿੰਦਾ, ਘੜੀ ਦੇ ਦਿੰਦਾ ਹੈ, ਕੋਈ ਮੋਬਾਈਲ ਲੈ ਕੇ ਦੇ ਦਿੰਦਾ, ਕੋਈ ਕੁਝ ਲੈ ਕੇ। ਹੁਣ ਉਹ ਹੈ ਤਾਂ ਵਸਤੂ, ਉਹ ਉੱਥੇ ਹੀ ਰਹਿ ਗਿਆ, ਪਰ ਜਦੋਂ ਆਪਾਂ ਆਪਣੀ ਘੜੀ ਵੱਲ ਵੇਖਦੇ ਹਾਂ ਤੇ ਉਹ ਦੇਣ ਵਾਲਾ ਚੇਤੇ ਆ ਜਾਂਦਾ ਵੀ ਕਿਸੇ ਨੇ ਪਿਆਰ ਨਾਲ ਦਿੱਤੀ ਸੀ। ਉਹ ਦਾਤ ਉਹਦੀ ਯਾਦ ਨੂੰ ਪਰਪੱਕ ਕਰਦੀ ਹੈ। ਇਸ ਤਰ੍ਹਾਂ ਜ਼ਰੂਰੀ ਨਹੀਂ ਵੀ ਅਸੀਂ ਰੱਬ ਤੋਂ ਮੰਗਣਾ ਕੁਝ ਨਹੀਂ। ਭਗਤੀ ਤੇ ਕਈ ਪ੍ਰਕਾਰ ਦੀ ਹੈ ਨਾ। ਕਈ ਵਾਰੀ ਅਸੀਂ ਕਹਿੰਦੇ ਹਾਂ ਅਸੀਂ ਕੁਝ ਲੈਣਾ ਹੀ ਨਹੀਂ, ਅਸੀਂ ਕੁਝ ਮੰਗਣਾ ਨਹੀਂ।
ਪਤਾ ਨਹੀਂ। ਜੋ ਵਰਤਾਏ ਸਾਈ ਜੁਗਤ, ਗੁਰੂ ਸਾਹਿਬ ਦਾ ਇੱਕ ਸਿਧਾਂਤ ਹੈ। ਕਹਿੰਦੇ ਨੇ ਨਾ ਤੇ ਤਿਆਗਿਆ ਉਹਨੇ ਖੁਸ਼ ਹੋਣਾ, ਨਾ ਮੰਗਿਆ ਖੁਸ਼ ਹੋਣਾ। ਗੱਲ ਇਹ ਹੈ ਵੀ ਤੂੰ ਵਰਤਦਾ ਕਿਵੇਂ ਚੀਜ਼ ਨੂੰ। ਜਦੋਂ ਤੂੰ ਵਰਤੇਗਾ ਨਾ, ਜਦੋਂ ਤੂੰ ਕਿਸੇ ਵੀ ਚੀਜ਼ ਨੂੰ ਵਰਤ ਲੈ, ਜੇ ਵਾਹਿਗੁਰੂ ਤੈਨੂੰ ਦਿੰਦਾ ਕੁਝ, ਉਹਨੂੰ ਨਿਸ਼ਾਨੀ ਬਣਾ ਲੈ। ਉਹਨੇ ਤੈਨੂੰ ਕਈ ਕੁਝ ਦਿੱਤਾ, ਸਰੀਰ ਦਿੱਤਾ ਹੈ। ਆ ਸਾਰੀ ਦੀ ਸਾਰੀ ਅਸ਼ਟਪਦੀ ਸੁਖਮਣੀ ਸਾਹਿਬ ਦੀ ਇੱਕ ਦਾਤ ਭਗਤੀ ਤੇ ਉਚਾਰੀ ਗਈ ਹੈ। ਜਿਹਨੇ ਮਕਾਨ ਦਿੱਤਾ, ਜਿਹਨੇ ਅੱਖਾਂ ਦਿੱਤੀਆਂ, ਜਿਹਨੇ ਕੰਨ ਦਿੱਤੇ, ਜਿਹਨੇ ਹੱਥ ਦਿੱਤੇ, ਜਿਹਨੇ ਪੈਰ ਦਿੱਤੇ, ਇਹਦੇ ਨਾਲ ਕੀ ਹੋਵੇਗਾ? ਇਹਦੇ ਨਾਲ ਪਿਛਲਾ ਜਿਹੜਾ ਹੁਕਮ ਮੰਨਣ ਦਾ ਕਨਸੈਪਟ ਸੀ, ਬੰਦੇ ਨੂੰ ਸੰਤੁਸ਼ਟੀ ਆਏਗੀ, ਮੈਨੂੰ ਉਹਨੇ ਬਹੁਤ ਕੁਝ ਦਿੱਤਾ। ਜੇ ਤੇ ਜੀਵਨ ਹੋਵੇਗਾ ਸੰਤੋਖੀ, ਤੇ ਉਹ ਮਿਲੀਆਂ ਹੋਈਆਂ ਚੀਜ਼ਾਂ ਨੂੰ ਨਿਸ਼ਾਨੀ ਬਣਾ ਕੇ ਚੇਤੇ ਕਰੇਗਾ। ਤੇ ਜੇ ਜੀਵਨ ਹੋਏਗਾ ਮਨ ਮੁਕਤਾ ਦੇ ਨਾਲ ਭਰਿਆ ਹੋਇਆ, ਤੇ ਫਿਰ ਉਹ ਜਿਹੜੀਆਂ ਮਿਲੀਆਂ ਨੇ ਉਹਨਾਂ ਦਾ ਧੰਨਵਾਦ ਕਦੀ ਕਰੇਗਾ ਨਹੀਂ। ਜਿਹੜੀਆਂ ਨਹੀਂ ਮਿਲੀਆਂ ਉਹਨਾਂ ਵਾਸਤੇ ਦਿਨ ਰਾਤ ਕਲਪੀ ਜਾਏਗਾ। ਪਰ ਜਿਨ੍ਹਾਂ ਨੇ ਮਿਲੀਆਂ ਹੋਈਆਂ ਦਾਤਾਂ ਨੂੰ ਇਹ ਬਣਾ ਲਿਆ, ਨਿਸ਼ਾਨੀ ਬਣਾ ਲਿਆ, ਕਹਿੰਦੇ ਉਹ ਦਾਤ ਹੀ ਰੱਬ ਦੀ ਭਗਤੀ ਬਣ ਗਈ। ਹਜੂਰ ਅੱਗੇ ਕਹਿੰਦੇ ਗਾਵੇ ਕੋ ਗੁਣ ਵਡਿਆਈਆਂ ਚਾਰ। ਕੁਝ ਲੋਕ ਉਹਦਾ ਗੀਤ ਉਹਨੂੰ ਗਾਉਂਦੇ ਨੇ, ਕਾਹਦੇ ਲਈ? ਕਹਿੰਦੇ ਵਡਿਆਈਆਂ ਚਾਰ, ਸੁੰਦਰ ਸੁੰਦਰ ਵਡਿਆਈਆਂ ਕਰ ਕਰਕੇ, ਉਹਦੇ ਗੁਣ ਗਾ ਗਾ ਕੇ, ਵਾਹਿਗੁਰੂ ਦੇ ਸੁਭਾਅ ਨੂੰ ਵੇਖ ਕੇ ਕਿ ਅਕਾਲ ਪੁਰਖ ਜਿਹੜਾ ਉਹਦੇ ਵਿੱਚ ਗੁਣ ਕਿੰਨੇ ਨੇ। ਗੁਣ ਦਾ ਅਰਥ ਹੁੰਦਾ ਸੁਭਾਅ। ਉਹਦੇ ਗੁਣਾਂ ਦੀਆਂ ਵਡਿਆਈਆਂ ਵੇਖ ਵੇਖ ਕੇ ਉਹ ਗਾਈ ਜਾਂਦੇ ਨੇ, ਉਹਦੀ ਉਸਤਤ ਕਰੀ ਜਾਂਦੇ ਨੇ। ਗਾਵੇ ਕੋ ਗੁਣ ਵਡਿਆਈਆਂ ਚਾਰ। ਕੁਝ ਐਸੇ ਰੱਬ ਦੇ ਪਿਆਰੇ ਨੇ ਜਿਹੜੇ ਉਹਦੇ ਬਹੁਤੇ ਨੇੜੇ ਚਲੇ ਗਏ। ਕਈ ਕਲਾਸਾਂ ਨੇ, ਕਈ ਤਰ੍ਹਾਂ ਦੇ ਲੋਕ ਨੇ, ਕਈ ਉਹਦੇ ਗੁਣ ਵਹਿੰਦੇ ਨੇ, ਉਹਦਾ ਸੁਭਾਅ ਵਹਿੰਦੇ ਨੇ ਕਿਵੇਂ ਦਾ। ਕਹਿੰਦੇ ਨੇ ਉਹਦਾ ਸੁਭਾਅ ਜਦੋਂ ਬਖਸ਼ਣ ਵਾਲਾ ਵੇਖਿਆ, ਤੇ ਕਈਆਂ ਨੇ ਬਖਸ਼ਣ ਵਾਲਾ ਵੇਖਿਆ ਤੇ ਉਹਦੇ ਵੇਖ ਕੇ ਉਹਦੇ ਨਾਲ ਜੁੜ ਗਏ ਬਈ ਅਸੀਂ ਪਾਪ ਕਿੰਨੇ ਕੀਤੇ ਸਨ, ਪਰ ਤੂੰ ਤੇ ਬਖਸ਼ਣ ਵਾਲਾ, ਤੂੰ ਬਖਸ਼ ਦਿੱਤਾ ਹੈ। ਇਹ ਇੱਕ ਉਹਦਾ ਗੁਣ ਹੈ। ਇਹ ਗੁਣ ਵੇਖ ਕੇ ਉਹਦੇ ਨਾਲ ਪਿਆਰ ਕਰਦੇ ਨੇ। ਬਖਸ਼ਣਹਾਰ, ਪਤਿਤ ਪਾਵਨ ਹੈ। ਜਿਵੇਂ ਸਾਡਾ ਜੀਵਨ ਪਾਪਾਂ ਨਾਲ, ਵਿਕਾਰਾਂ ਨਾਲ ਭਰਿਆ, ਫਿਰ ਵੀ ਉਹ ਸਾਨੂੰ ਪਿਆਰ ਕਰਦਾ ਹੈ। ਇਹ ਉਹਦਾ ਪਤਿਤ ਪਾਵਨ ਗੁਣ ਹੈ। ਇੱਕ ਉਹਦਾ ਗੁਣ ਹੈ ਮਿੱਠ ਬੋਲੜਾ। ਇੱਕੋ ਇਹ ਮਿੱਠ ਬੋਲੜਾ, ਮਿੱਠਾ ਗੁਣ। ਇਹ ਸਾਰੇ ਗੁਣ ਨੇ ਉਹਦੇ ਵਿੱਚ। ਜਦੋਂ ਵੇਖੇ ਬਈ ਅਸੀਂ ਤਾਂ ਕਿੰਨੇ ਅਪਰਾਧੀ, ਕਿੰਨੇ ਪਾਪੀ, ਫਿਰ ਕਿਤੇ ਕਿਤੇ ਇੱਕ ਹੋਰ ਗੁਣ ਵੀ ਉਹਦਾ ਵੇਖਿਆ। ਉਹ ਗੁਣ ਕਿਹੜਾ ਹੈ ਕਿ ਉਹ ਹਿਸਾਬ ਕਿਤਾਬ ਵੀ ਲੈਂਦਾ। ਫਿਰ ਜੇ ਨਾ ਲਵੇ ਤੇ ਆਪਾਂ ਫਿਰ ਬਹੁਤੇ, ਕਿਉਂਕਿ ਬੰਦੇ ਦਾ ਸੁਭਾਅ ਜਿਹੜਾ ਉਹ ਥੋੜ੍ਹੀ ਜਿਹੀ ਵਿਰਲ ਭਾਲਦਾ। ਬਸ ਪਹਿਲਾਂ ਪੈਰਾਂ ਨੂੰ ਹੱਥ ਲਾਉਂਦਾ, ਫਿਰ ਗੋਡਿਆਂ ਨੂੰ, ਤੇ ਹੌਲੀ ਹੌਲੀ ਗਲੇ ਨੂੰ ਫੜ ਲੈਂਦਾ। ਇਸ ਲਈ ਰੱਬ ਨੇ ਫਿਰ ਵੈਸੇ ਇਹ ਸੁਭਾਅ ਬੜਾ ਘੱਟ ਵਰਤਦਾ ਵੀ ਕਿਸੇ ਦਾ ਹਿਸਾਬ ਕਿਤਾਬ, ਕਿਸੇ ਨੂੰ ਥੋੜ੍ਹੀ ਜਿਹੀ ਸਜ਼ਾ ਦੇ। ਜੀ ਨਹੀਂ ਉਹਦਾ ਕਰਦਾ, ਪਰ ਉਹ ਜਦੋਂ ਵੇਖ ਲੈਂਦਾ ਵੀ ਮੈਂ ਤਾਂ ਇਹਨਾਂ ਨੂੰ ਦਿੱਤਾ, ਤੇ ਇਹ ਤੇ ਫਿਰ ਵੀ ਪਰਵਾਹ ਨਹੀਂ ਕਰਦੇ ਬਿਲਕੁਲ, ਫਿਰ ਉਹ ਥੋੜ੍ਹਾ ਜਿਹਾ ਕਦੀ ਕਦੀ ਝਟਕਾ ਵੀ ਲਾ ਦਿੰਦਾ। ਇਹ ਵੀ ਉਹਦਾ ਇੱਕ ਗੁਣ ਹੈ। ਪਰ ਜ਼ਿਆਦਾਤਰ ਉਹਦਾ ਗੁਣ ਜਿਹੜਾ ਹੈ, ਸੁਭਾਅ ਬਹੁਤ ਮਿੱਠਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਗਾਵੇ ਕੋ, ਕੁਝ ਉਹਨੂੰ ਗਾਉਂਦੇ ਨੇ। ਗੁਣ ਵਡਿਆਈਆਂ ਚਾਰ, ਚਾਰ ਦਾ ਅਰਥ ਸੁੰਦਰ ਸੁੰਦਰ ਵਡਿਆਈਆਂ, ਗੁਣਾਂ ਦੀਆਂ, ਸੁਭਾਅ ਦੀਆਂ ਵੇਖ ਕੇ। ਗਾਵੇ ਕੋ ਵਿਦਿਆ ਵਿਚਾਰ। ਕਈਆਂ ਦੇ ਅਕਾਲ ਪੁਰਖ ਨੇ ਐਸੀ ਬਖਸ਼ਿਸ਼ ਕੀਤੀ ਵੀ ਉਹਨਾਂ ਦੇ ਵਿੱਚ ਵਿਦਿਆ ਦੀ ਦਾਤ ਬੜੀ ਦਿੱਤੀ। ਵਿਖਮ, ਬੜੀ ਕਠਿਨ ਵਿਦਿਆ। ਵੈਸੇ ਜਿਹੜੀ ਵਿਦਿਆ, ਗਿਆਨ ਹੈ ਜਿਹੜਾ, ਇਹ ਵਾਹਿਗੁਰੂ ਦੀ ਬੰਦਗੀ ਵਿੱਚੋਂ ਵੀ ਕਈਆਂ ਨੂੰ ਮਿਲੀ। ਕੁਝ ਉਹਨੂੰ ਗਾਉਂਦੇ, ਕਿਉਂ ਗਾਉਂਦੇ ਨੇ? ਇਹ ਸਾਰੇ ਭਗਤੀ ਤਲ ਨੇ। ਇਸ ਪੌੜੀ ਦੇ ਵਿੱਚ ਭਗਤੀ ਦੇ ਤਲ ਕਲਾਸੀ ਦਸੀਆਂ ਨੇ, ਜਮਾਤਾਂ ਨੇ ਭਗਤੀ ਦੀਆਂ। ਕਈ ਇਸ ਤਰ੍ਹਾਂ ਦੇ ਭਗਤ ਵੀ ਆਪਾਂ ਵੇਖਾਂਗੇ ਜਿਹੜੇ ਭਗਤੀ ਕਰਦੇ ਕਰਦੇ ਬਿਲਕੁਲ ਸਿੱਧੇ ਸਾਧੇ ਸਨ। ਨਾ ਕਿਸੇ ਯੂਨੀਵਰਸਿਟੀ ਵਿੱਚ ਗਏ, ਨਾ ਗ੍ਰਾਮਰ ਆਉਂਦੀ, ਨਾ ਕੁਝ। ਜਿਵੇਂ ਕਬੀਰ ਸਾਹਿਬ ਵੱਲ ਵੇਖੋ। ਕਬੀਰ ਸਾਹਿਬ ਜੇ ਸ਼ਹਿਰ ਵਿੱਚ ਰਹਿੰਦੇ ਨੇ, ਪੰਡਤਾਂ ਦਾ, ਵਿਆਕਰਣ ਕਰਤਾ ਦਾ, ਵੇਦਾਂ ਦੇ ਪਾਠੀਆਂ ਦਾ ਸ਼ਹਿਰ ਹੈ ਬਨਾਰਸ। ਪਰ ਇੱਕ ਦਿਨ ਹੋਇਆ ਕਿ ਉਸ ਕਬੀਰ ਤੇ ਰਵਿਦਾਸ ਜੀ ਦੇ ਸਾਹਮਣੇ ਆ ਕੇ
ਵੱਡੇ ਵੱਡੇ ਵਿਦਿਆਵਾਨ ਪੰਡਤ ਆ ਕੇ ਝੁਕੇ, ਕਹਿੰਦੇ ਆਹ ਗਿਆਨ ਕਿੱਥੋਂ ਤੁਹਾਨੂੰ ਆ ਗਿਆ? ਅਸੀਂ ਸਾਰੀ ਉਮਰ ਕਿਤਾਬਾਂ ਗ੍ਰੰਥ ਪੜ੍ਹੇ ਨੇ, ਯਤਨ ਕੀਤਾ, ਪਰ ਜਿੱਥੋਂ ਕਬੀਰ ਜੀ ਕਹਿ ਰਹੇ ਨੇ ਕੁਝ, ਜਿੱਥੋਂ ਰਵਿਦਾਸ ਜੀ ਕਹਿੰਦੇ, ਉਹ ਤੇ ਕਦੀ ਸਾਨੂੰ ਸੁਪਨਾ ਵੀ ਨਹੀਂ ਆਇਆ। ਕਿਉਂਕਿ ਇਹ ਵਿਦਿਆ ਵੀ ਵਾਹਿਗੁਰੂ ਆਪਣੇ ਭਗਤਾਂ ਨੂੰ ਦੇ ਦਿੰਦਾ, ਇਹ ਨਹੀਂ ਜ਼ਰੂਰੀ। ਠੀਕ ਹੈ, ਪੜ੍ਹਨਾ 4 ਅੱਖਰ ਹੋਣੇ ਜ਼ਰੂਰੀ ਨੇ, ਪਰ ਕੱਲੇ ਅੱਖਰ ਨਹੀਂ। ਵਾਹਿਗੁਰੂ ਦੇ ਘਰ ਵਿੱਚ ਇੱਕ ਐਸੀ ਦਾਤ ਹੈ, ਗਾਵੇ ਕੋ, ਕੋਈ ਉਹਨੂੰ ਪਿਆਰ ਵਿੱਚ ਆ ਕੇ ਗਾਉਂਦਾ ਹੈ। ਕੀਰਤਨ ਭਗਤੀ ਹੈ, ਗੁਰੂ ਨਾਨਕ ਸਾਹਿਬ ਨੇ ਕੀਰਤਨ ਭਗਤੀ ਦੀ ਇੱਥੇ ਵਰਤੋਂ ਕੀਤੀ ਹੈ, ਗਾ ਕੇ ਉਹਨੂੰ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਕਈ ਉਹਨੂੰ ਗਾਉਂਦੇ ਨੇ ਵੀ ਉਹਦੀ ਬੰਦਗੀ ਕਰਦਿਆਂ ਕਰਦਿਆਂ ਇਸ ਤਰ੍ਹਾਂ ਦੀ ਵਿਖਮ ਵਿਦਿਆ ਉਹਨਾਂ ਦੇ ਹੱਥ ਵਿੱਚ ਆ ਗਈ, ਵਿਚਾਰ ਆ ਗਈ, ਕਿ ਸੁਣਨ ਵਾਲੇ ਵੀ ਕਹਿੰਦੇ ਵੀ ਇਹ ਕਿੱਥੋਂ ਵਿਚਾਰ ਇੰਨੀ ਆ ਰਹੀ ਹੈ। ਇਹ ਵੀ ਇੱਕ ਭਗਤੀ ਦਾ ਤਲ ਹੈ। ਹਜ਼ੂਰ ਕਹਿੰਦੇ ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰਦੇ। ਕਹਿੰਦੇ ਨੇ ਕੁਝ ਭਗਤ ਉਸ ਵਾਹਿਗੁਰੂ ਦੀ ਇਸ ਸਿਫਤ ਨੂੰ ਵੇਖ ਕੇ ਹੈਰਾਨ ਹੋ ਗਏ ਕਿ ਜਿਹੜਾ ਬੰਦਾ ਉਹਦੀ ਭਗਤੀ ਕਰਦਾ ਹੈ, ਉਦੋਂ ਪਹਿਲਾਂ ਉਹਨੂੰ ਖੇ ਕਰ ਦਿੰਦਾ ਉਸ ਭਗਤੀ ਨੂੰ। ਸਾਜ ਕਰੇ, ਸਾਜਿਆ ਹੋਇਆ ਜਿਹੜਾ ਤਨ ਹੈ ਨਾ, ਸਾਜ ਕਰੇ ਤਨ ਖੇ। ਆ ਜਿਹੜਾ ਝੂਠ ਦਾ ਤਨ ਸੀ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਉਹਦੀ ਬੰਦਗੀ ਕਰਦਿਆਂ ਕਰਦਿਆਂ ਉਹ ਜਿਹੜਾ ਪਾਪਾਂ ਵਾਲਾ ਜੀਵਨ ਸੀ ਉਹ ਖੇ ਹੋ ਗਿਆ, ਖਤਮ ਕਰ ਦਿੱਤਾ, ਮਿੱਟੀ ਬਣਾ ਦਿੱਤਾ, ਉਸ ਨੂੰ ਮ੍ਰਿਤਕ ਕਰ ਦਿੱਤਾ, ਮਾਰ ਦਿੱਤਾ ਉਸ ਬੰਦਗੀ ਨੇ। ਕੁਝ ਇਸ ਤਰ੍ਹਾਂ ਗਾਉਂਦੇ ਨੇ, ਕੁਝ ਗਾਉਂਦੇ ਕਹਿੰਦੇ ਪਹਿਲੀ ਜਿੰਦ, ਪਹਿਲਾ ਜੀਵਨ ਉਹ ਲੈ ਲੈਂਦਾ ਤੇ ਫਿਰ ਦੇ ਨਵਾਂ ਜੀਵਨ ਆਪਣੇ ਭਗਤ ਨੂੰ, ਸਿੱਖ ਨੂੰ ਪ੍ਰਦਾਨ ਕਰ ਦਿੰਦਾ ਹੈ। ਕੁਝ ਇਸ ਤਰ੍ਹਾਂ ਵੀ ਗਾਉਂਦੇ। ਉਹਦੇ ਵਿੱਚ ਇਹ ਵੀ ਗੁਣ ਨੇ ਕਿ ਉਹ ਪੁਰਾਣਾ ਜੀਵਨ ਖੇ ਕਰ ਦਿੰਦਾ, ਨਾਸ ਕਰ ਦਿੰਦਾ ਜੋ ਸਾਜਿਆ ਹੋਇਆ ਸੀ। ਗਾਵੇ ਕੋ ਸਾਜ ਕਰੇ, ਸਾਜੇ ਹੋਏ ਜੀਵਨ ਨੂੰ, ਜਾਂ ਸਾਜ ਕੇ, ਜੇ ਸਰੀਰਕ ਤੌਰ ਤੇ ਇਹਦੇ ਅਰਥ ਕਰੀਏ ਤੇ ਸਰੀਰ ਸਾਜ ਦਿੰਦਾ, ਫਿਰ ਖੇ ਕਰ ਦਿੰਦਾ ਹੈ, ਫਿਰ ਜੀ ਲੈ ਲੈਂਦਾ ਹੈ ਤੇ ਫਿਰ ਨਵੀਂ ਦੇਹ ਦੇ ਦਿੰਦਾ ਹੈ। ਇਹ ਵੀ ਇੱਕ ਅਰਥ ਨੇ। ਗੁਰਬਾਣੀ ਦੇ ਹਰ ਇੱਕ ਤਲ ਦੇ ਮਨੁੱਖ ਨਾਲ ਸੰਬੰਧ ਜੁੜਦੇ ਨੇ ਅਰਥਾਂ ਦੇ। ਪਰ ਅਧਿਆਤਮ ਤੌਰ ਤੇ ਜਾਈਏ ਤੇ ਪੁਰਾਣੇ ਸਰੀਰ ਨੂੰ ਮਾਰ ਦੇਣਾ, ਪੁਰਾਣੇ ਜੀਵਨ ਨੂੰ ਖਤਮ ਕਰ ਦੇਣਾ ਤੇ ਨਵੀਂ ਜ਼ਿੰਦਗੀ ਲੈ ਫਿਰ ਦੇ, ਨਵਾਂ ਜੀਵਨ ਬਖਸ਼ ਦੇਣਾ। ਗਾਵੇ ਕੋ ਜਾਪੈ ਦਿਸੈ ਦੂਰ। ਕੁਝ ਭਗਤ ਸ਼ੁਰੂ ਵਿੱਚ ਬੰਦਗੀ ਕਰਦੇ ਨੇ ਵਾਹਿਗੁਰੂ ਨੂੰ ਦੂਰ ਜਾਣ ਕੇ। ਇਹ ਜ਼ਰੂਰੀ ਹੈ, ਇਹ ਜ਼ਰੂਰੀ ਹੈ ਉਹਨੂੰ ਦੂਰ ਸਮਝ ਕੇ, ਕਿਉਂਕਿ ਜਿੰਨਾ ਚਿਰ ਦੂਰ ਹੈ ਤੇ ਨੇੜੇ। ਅਗਲੀ ਪੰਕਤੀ ਵਿੱਚ ਆ ਗਿਆ ਗਾਵੇ ਕੋ ਵੇਖੈ ਹਾਦਰਾ ਹਦੂਰ। ਕੁਝ ਗਾਉਂਦੇ ਨੇ ਕਹਿੰਦੇ ਉਹ ਤੇ ਬਿਲਕੁਲ ਹੀ ਨੇੜੇ, ਹਾਦਰਾ ਹਦੂਰ ਹਜ਼ੂਰੀ ਵਿੱਚ ਇੱਥੇ ਹੈ। ਰਵਿਦਾਸ ਜੀ ਕਹਿੰਦੇ ਨੇ ਮੇਰੇ ਹੱਥ ਤੋਂ ਵੀ ਨੇੜੇ ਹੈ। ਪਰ ਇੱਥੇ ਗਾਵੇ ਕੋ ਜਾਪੈ ਦਿਸੈ ਦੂਰ ਕਿਉਂ? ਕਿਉਂਕਿ ਕਈ ਵਾਰੀ ਇਸ ਗਿਆਨ ਦਾ ਨੁਕਸਾਨ ਵੀ ਹੋ ਸਕਦਾ। ਅਸੀਂ ਕਹੇ ਜੀ ਰੱਬ ਤੇ ਸਾਰਿਆਂ ਵਿੱਚ ਬੜੇ ਲੋਕ ਨੇ, ਅੱਜ ਵੀ ਉਹਨਾਂ ਨੇ ਕਿਤੋਂ ਸੁਣ ਲਿਆ, ਕੋਈ ਕਿਤਾਬ ਪੜ੍ਹ ਲਈ ਵੀ ਰੱਬ ਤੇ ਸਾਰਿਆਂ ਦੇ ਅੰਦਰ ਰਹਿੰਦਾ, ਸਾਰਿਆਂ ਵਿੱਚ ਰਹਿੰਦਾ। ਉਹ ਕਹਿੰਦੇ ਫਿਰ ਹੁਣ ਲੱਭਣਾ ਹੀ ਕੀ ਹੈ, ਜਦੋਂ ਵਿੱਚ ਹੀ ਰਹਿੰਦਾ ਤੇ ਗੱਲ ਖਤਮ ਹੋਈ। ਆਪਣਾ ਕੰਮ ਕਰੋ, ਪ੍ਰਸ਼ਾਦੇ ਛਕੋ, ਸੌਂ, ਉੱਠੋ ਤੇ ਫਿਰ ਸਾਰਾ ਦਿਨ ਉਹੀ ਕੰਮ ਕਰੋ। ਉਹਦੇ ਫਿਰ ਇੱਥੋਂ ਤੱਕ ਵੀ ਕਹਿ ਦਿੰਦੇ, ਕਹਿੰਦੇ ਗੁਰਦੁਆਰੇ ਜਾ ਕੇ ਕਰਨਾ ਕੀ ਹੈ, ਰੱਬ ਤੇ ਸਾਡੇ ਕਮਰੇ ਵਿੱਚ ਹੀ ਰਹਿੰਦਾ। ਇਹ ਬੜਾ ਵੱਡਾ ਇਹ ਨੁਕਸਾਨ ਹੋਇਆ ਮਨੁੱਖਤਾ ਦਾ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਓਪਨਲੀ ਨਹੀਂ, ਖੁੱਲ੍ਹਾ ਨਹੀਂ, ਅਧਿਕਾਰੀ ਵਾਸਤੇ ਹੈ। ਬਾਣੀ ਅਸੀਂ ਸਾਰੇ ਪੜ੍ਹੀ ਜਾਵਾਂਗੇ। ਇਹ ਐਸਾ ਗੁਰੂ ਹੈ, ਐਸੀ ਮਹਾਨਤਾ ਇਸ ਗੁਰੂ ਦੇ ਵਿੱਚ ਕਿ ਜੇ ਤੁਸੀਂ ਵੇਖ ਲਓ, ਪੜ੍ਹਨ ਵਾਲੇ ਲੱਖਾਂ ਨੇ, ਕਿਸੇ ਨੂੰ ਕਿੰਨੀ ਸਮਝ, ਕਿਸੇ ਨੂੰ 5% ਸਮਝ ਆਏਗੀ, ਕਿਸੇ ਨੂੰ 10, ਕਿਸੇ ਨੂੰ 15, ਕਿਸੇ ਨੂੰ 50। ਇਹਦਾ ਕੀ ਕਾਰਨ ਹੈ? ਗੁਰਬਾਣੀ ਦੀ ਸਮਝ ਇੱਕੋ ਜੀ ਸਾਰਿਆਂ ਨੂੰ ਕਿਉਂ ਨਹੀਂ? ਕਿਉਂਕਿ ਗੁਰਬਾਣੀ ਗੁਰੂ ਹੈ ਤੇ ਗੁਰੂ ਦਾ ਕੰਮ ਹੁੰਦਾ ਹੈ ਜਿੰਨਾ ਸਿੱਖ ਅਧਿਕਾਰੀ ਯਾਨੀ ਕਿ ਯੋਗ ਹੋਇਆ, ਜਿੰਨੀ ਯੋਗਤਾ ਉਨਾ ਹੀ ਗਿਆਨ ਉਹਨੂੰ ਦੇਣਾ। ਨਹੀਂ ਤੇ ਉਹ ਕਈ ਵਾਰੀ ਕਲਪਨਾ ਹੀ ਕਰ ਲੈਂਦਾ ਵੀ ਮੈਂ ਤੇ ਬਣ ਗਿਆ।
ਇਸ ਲਈ ਸਮਝ ਨਹੀਂ ਆਉਣ ਦਿੰਦੀ ਬਾਣੀ। ਪਹਿਲਾਂ ਪੜ੍ਹੀ ਜਾਂਦੇ ਜਿਉਂ-ਜਿਉਂ ਜੀਵਨ ਤਲ ਉੱਚੇ ਹੁੰਦੇ ਨੇ ਤਿਉਂ-ਤਿਉਂ ਬਾਣੀ ਦੀ ਸਮਝ ਵੱਧਦੀ ਹੈ। ਇਸ ਕਰਕੇ ਇਹ ਵੀ ਇੱਕ ਸਾਨੂੰ ਧਿਆਨ ਰੱਖਣਾ ਚਾਹੀਦਾ। ਪਹਿਲਾਂ ਬਹੁਤਾ ਖੁੱਲਾ ਗਿਆਨ, ਜਿਵੇਂ ਗਾਵੇ ਕੋ ਜਾਪੈ ਦਿਸੈ ਦੂਰ, ਪਹਿਲਾਂ ਪਹਿਲ ਦੂਰ ਸਮਝ ਕੇ ਉਹਨੂੰ ਭਗਤੀ ਕਰਨੀ ਚੰਗੀ ਹੈ। ਕਿਉਂਕਿ ਬੰਦਾ ਘੱਟੋ ਘੱਟ ਉਹਨੂੰ ਆਵਾਜ਼ਾਂ ਤੇ ਦੇ, ਕੋਈ ਜਪੇ ਤਾਂ ਸਹੀ, ਨਹੀਂ ਤਾਂ ਭੁੱਖੇ ਮੁੱਲਾ ਘਰੇ ਹੀ ਮਸੀਤ ਕੋਲ ਹੀ ਬਹਿ ਕੇ, ਚਲੋ ਰੱਬ ਹੈ ਹੀ ਇਹ, ਕੀ ਕਰਨਾ ਜਪਜੀ ਸਾਹਿਬ ਦਾ ਪਾਠ ਕਰਕੇ, ਅੰਦਰ ਬੈਠਾ ਹੈ। ਉਹ ਇਸ ਤਰ੍ਹਾਂ ਦਾ ਗਿਆਨ ਉਹਨਾਂ ਦਾ ਨੁਕਸਾਨ ਕਰ ਗਿਆ। ਨਹੀਂ, ਜਿੰਨਾ ਚਿਰ ਦੂਰ ਨਹੀਂ ਸਮਝਦੇ ਅੰਦਰ ਪ੍ਰੇਮ ਨਹੀਂ ਪੈਦਾ ਹੁੰਦਾ। ਪ੍ਰੇਮ ਵਾਸਤੇ ਦੂਰੀ ਦੀ ਲੋੜ ਹੈ। ਇਸ ਕਰਕੇ ਸਤਿਗੁਰੂ ਨੇ ਕਿਹਾ ਇਹ ਪਹਿਲੀ ਕਲਾਸ ਹੈ, ਉਹਨੂੰ ਦੂਰ ਸਮਝ ਕੇ ਆਵਾਜ਼ਾਂ ਦੇਣੀਆਂ। ਗਾਵੇ ਕੋ ਜਾਪੈ ਦਿਸੈ ਦੂਰ, ਤੇ ਫਿਰ ਜਿਉਂ-ਜਿਉਂ ਦੂਰ ਸਮਝ ਕੇ ਆਵਾਜ਼ਾਂ ਦਿੱਤੀਆਂ, ਜਪਦੇ ਰਹੇ, ਉਹਦਾ ਸਿਮਰਨ ਕਰਦੇ ਰਹੇ, ਜ਼ਿੰਦਗੀ ਵਿੱਚ ਕਮਾਈ ਕਰਦੇ ਰਹੇ। ਇੱਕ ਦਿਨ ਉਹਨੂੰ ਆਪਣੇ ਅੰਦਰੋਂ ਵੇਖਿਆ, ਉਹਨੇ ਆਪਣੇ ਅੰਦਰੋਂ ਆਵਾਜ਼ ਦਿੱਤੀ। ਉਹਨੇ ਕਿਹਾ ਉਹ ਮੈਨੂੰ ਦੂਰੋਂ ਕਿੱਥੋਂ ਲੱਭਦਾ ਫਿਰਨਾ ਹੈ, ਮੈਂ ਤੇ ਤੇਰੇ ਵਿੱਚ ਬੈਠਾ ਹੋਇਆ, ਮੈਂ ਤੇਰੀ ਆਵਾਜ਼ ਵਿੱਚ, ਮੈਂ ਤੇਰੀਆਂ ਨਜ਼ਰਾਂ ਵਿੱਚ, ਮੈਂ ਤੇਰੇ ਕੰਨਾਂ ਵਿੱਚ, ਮੈਂ ਤੇਰੇ ਹੱਥਾਂ ਵਿੱਚ। ਤਾਂ ਉਸ ਵੇਲੇ ਅਗਲੀ ਕਲਾਸ ਸ਼ੁਰੂ ਹੋ ਗਈ। ਗਾਵੇ ਕੋ ਵੇਖੈ ਹਾਦਰਾ ਹਦੂਰ, ਬਿਲਕੁਲ ਨੇੜੇ। ਕਥਨਾ ਕਥੀ ਨਾ ਆਵੈ ਟੋਟ, ਇਸ ਪਸਾਰੇ ਦੀ ਕਥਾ, ਇਸ ਪਸਾਰੇ ਦਾ ਗਿਆਨ ਸਮਝ ਵਿੱਚ ਨਹੀਂ ਆਉਂਦਾ। ਕਿੰਨਾ ਕੁ ਵੱਡਾ ਹੈ, ਬੇਅੰਤ ਹੈ, ਕੋਈ ਟੋਟ ਨਹੀਂ ਆਉਂਦੀ। ਗਿਆਨ ਦਾ ਕੋਈ ਅੰਤ ਨਹੀਂ ਹੈ, ਕੋਈ ਇਹਦੀ ਹੱਦ ਬੰਨੀ ਨਹੀਂ ਹੈ। ਕਥ ਕਥ ਕਥੀ ਕੋਟੀ ਕੋਟ ਕੋਟ, ਪਤਾ ਨਹੀਂ ਕਰੋੜਾਂ ਹੀ, ਕੋਟੀ ਦਾ ਅਰਥ ਹੈ ਕਰੋੜਾਂ, ਕੋਟ ਕੋਟ, ਕਰੋੜਾਂ ਲੋਕਾਂ ਨੇ ਵਾਹਿਗੁਰੂ ਦੇ ਗਿਆਨ ਨੂੰ ਕਥਿਆ ਹੈ, ਕਥਾ ਕੀਤੀ ਹੈ, ਪਰ ਉਹਦਾ ਕੋਈ ਅੰਤ ਨਹੀਂ। ਹਜ਼ੂਰ ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਸ ਪੰਕਤੀ ਵਿੱਚ ਇੱਕ ਬਚਨ ਕੀਤਾ, ਦਤਾਰ ਬਹੁਤ ਵੱਡਾ ਹੈ, ਦਿੰਦਾ ਹੈ, ਦਾਤਾਂ ਦੇਈ ਜਾਂਦਾ ਹੈ। ਉਹ ਦੇ ਦੇ ਕੇ ਥੱਕਦਾ ਨਹੀਂ, ਪਰ ਲੈਣ ਵਾਲੇ ਥੱਕ ਪਾਹੇ, ਕਿਉਂਕਿ ਕਿੰਨਾ ਕੁ ਚਿਰ ਵਰਤਣਗੇ। ਥੱਕ ਕਿਉਂ ਜਾਂਦੇ ਨੇ? ਕਿਉਂਕਿ ਉਹ ਚੀਜ਼ ਨਹੀਂ ਮੰਗਦੇ ਜਿਹਦੇ ਨਾਲ ਥਕੇਵਾਂ ਲੈਂਦਾ। ਠੀਕ ਹੈ, ਗੁਜ਼ਾਰੇ ਵਾਸਤੇ, ਜੀਵਨ ਵਾਸਤੇ ਸਾਨੂੰ ਮੰਗਣਾ ਬੜਾ ਜ਼ਰੂਰੀ ਹੈ, ਪਰ ਤਕਰੀਬਨ ਮਨੁੱਖ ਉਹ ਵਸਤੂਆਂ ਮੰਗਦਾ ਜਿਹੜੀਆਂ ਉਹਨੂੰ ਥਕਾਉਂਦੀਆਂ ਨੇ, ਉਹਦਾ ਥਕੇਵਾਂ ਲਾਉਂਦੀਆਂ ਨਹੀਂ, ਉਹਨੂੰ ਵਿਸ਼ਰਾਮ ਨਹੀਂ ਮਿਲ। ਇੱਕੋ ਹੀ ਚੀਜ਼ ਹੈ ਜਿਹੜੀ ਬੰਦੇ ਨੂੰ ਫਰੈਸ਼ ਕਰਦੀ ਹੈ, ਨਹੀਂ ਤਾਂ ਬਾਕੀ ਚੀਜ਼ਾਂ ਬੰਦੇ ਨੂੰ ਬੇਹਾ ਕਰਦੀਆਂ ਨੇ, ਉਦਾਸ ਕਰਦੀਆਂ ਨੇ, ਝੋਰੇ ਵਿੱਚ ਲੈ ਜਾਂਦੀਆਂ ਨੇ, ਚਿੰਤਾ ਵਿੱਚ ਲੈ ਜਾਂਦੀਆਂ। ਇੱਕੋ ਦਾਤ ਉਹ ਕਿਹੜੀ ਹੈ? ਉਹਨੂੰ ਗੁਰੂ ਸਾਹਿਬ ਨੇ ਕਿਹਾ ਸੁਖਮਣੀ ਸਾਹਿਬ ਦੇ ਵਿੱਚ, ਉਹ ਨਾਮ ਭਗਤ ਜਨਾਂ ਕਹਿ ਮਨ ਵਿਸ਼ਰਾਮ। ਵਿਸ਼ਰਾਮ ਦਾ ਅਰਥ ਹੈ ਥਕੇਵਾਂ ਲੈ ਜਾਣਾ, ਟਿਕ ਜਾਣਾ। ਕਹਿੰਦੇ ਦੇਣ ਵਾਲਾ ਦੇ ਹੀ ਜਾਂਦਾ ਹੈ, ਲੈਣ ਵਾਲੇ ਲੈ ਲੈ ਕੇ ਥੱਕ ਕਿਉਂ ਜਾਂਦੇ ਨੇ? ਕਹਿੰਦੇ ਇਸ ਜਨਮ ਵਿੱਚ ਇੰਨਾ ਮੰਗ ਲੈਂਦੇ ਨੇ, ਫਿਰ ਹੋਰ ਜਨਮ ਲੈਣੇ ਪੈਂਦੇ, ਕਿੰਨੇ ਕੁ ਜਨਮ ਮੰਗੀ ਜਾਂਦੇ ਨੇ, ਵਧੀ ਜਾਂਦਾ ਹੈ। ਤੇ ਜਦੋਂ ਮਿਲਦਾ ਫਿਰ ਬੜੇ ਖੁਸ਼ ਹੁੰਦੇ, ਪਤਾ ਨਹੀਂ ਕਿੰਨਾ। ਚਲੋ ਚੰਗੀ ਗੱਲ, ਪਦਾਰਥ ਗੁਜ਼ਾਰੇ ਮਾਫਕ ਲੋੜ ਲਈ ਬੰਦੇ ਦੇ ਕੋਲ, ਗੁਰੂ ਕੋਲ ਬਹੁਤ ਹੈ, ਪਰ ਗੁਰੂ ਸਾਹਿਬ ਕਹਿੰਦੇ ਦੇਣ ਵਾਲਾ ਦੇ ਦੇ ਕੇ ਥੱਕਦਾ ਨਹੀਂ, ਐਡਾ ਵੱਡਾ ਦਾਤਾ ਹੈ। ਲੈਣ ਵਾਲੇ ਥੱਕ ਟੁੱਟ ਗਏ, ਕਿਉਂਕਿ ਉਹਨਾਂ ਨੇ ਥਕਾਵਟ ਲਾਉਣ ਵਾਲੀ ਚੀਜ਼ ਮੰਗੀ ਨਹੀਂ। ਫਿਰ ਮਹਾਰਾਜ ਇਹਦਾ ਨਤੀਜਾ ਕੀ ਨਿਕਲਿਆ? ਜਿਹੜੇ ਇੰਨਾ ਮੰਗੀ ਜਾਂਦੇ ਨੇ, ਫਿਰ ਕਹਿੰਦੇ ਜੁਗਾ ਜੁਗੰਤਰ ਖਾਹੀ ਖਾਹੇ। ਇਹ ਬਸ ਲੰਬੀ ਲਾਈਨ ਚੱਲ ਪਈ। ਕਿਉਂ? ਮੰਗੇ ਹੀ ਇੰਨਾ ਸੀ, ਹੁਣ ਪਤਾ ਨਹੀਂ ਉਸ ਮੰਗ ਨੂੰ ਰੱਬ ਦਾ ਸੁਭਾਅ ਹੈ, ਜੋ ਕੁਝ ਉਹਦੇ ਕੋਲੋਂ ਮੰਗਿਆ ਜਾਏ ਉਹ ਉਹਦੇ ਕੋਲੋਂ ਪੂਰਾ ਕਰਦਾ, ਉਹਨੂੰ ਦਿੰਦਾ ਜ਼ਰੂਰ। ਇਸ ਜਨਮ ਵਿੱਚ ਨਹੀਂ, ਅਗਲੇ ਵਿੱਚ, ਅਗਲੇ ਵਿੱਚ ਨਹੀਂ, ਅਗਲੇ ਵਿੱਚ ਉਹਨੇ ਦੇਣਾ ਹੀ ਦੇਣਾ। ਇੱਛਾ ਪੂਰੀ ਕਰਦਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਬਸ ਇੱਕ ਗੁਰੂ ਦੇ ਚਰਨਾਂ ਨਾਲ ਜੁੜ ਕੇ ਜਦੋਂ ਮਨੁੱਖ ਮੰਗਦਾ, ਉਦੋਂ ਇੱਕ ਹੋਰ ਚੀਜ਼ ਵਰਤਦੀ ਏ। ਉਹ ਇਸ ਤਰ੍ਹਾਂ ਦੀ ਵਸਤੂ ਹੈ, ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਕੇ ਮੰਗਾਂਗੇ ਤੇ ਉਹ ਹੀ ਮਿਲੇਗਾ ਜਿਹੜੀ ਸਾਡੀ ਲੋੜ ਹੈ। ਲੋੜ ਤੋਂ ਵੱਧ ਨਹੀਂ ਮਿਲੇਗਾ। ਜੁਗਾਂ ਤੱਕ ਖਾਂਦੇ ਰਹੇ। ਹਜ਼ੂਰ ਕਹਿੰਦੇ ਹੁਕਮੀ ਹੁਕਮ ਚਲਾਏ ਰਾਹੋ,
ਸਾਰੇ ਸ਼ਬਦਾਂ ਦੇ ਵਿੱਚ ਵਾਰ-ਵਾਰ ਹੁਕਮ ਸ਼ਬਦ ਆ ਰਹੇ, ਸਾਰਿਆਂ ਸ਼ਬਦ। ਇਹ ਹੁਕਮ ਇੱਕ ਸ਼ਕਤੀ ਹੈ, ਕਿਉਂਕਿ ਵਾਹਿਗੁਰੂ ਤੋਂ ਸੈਕਿੰਡ ਸ਼ਕਤੀ ਹੈ। ਪਹਿਲਾ ਉਹ ਆਪ ਹੈ, ਤੇ ਉਹ ਆਪ ਤੇ ਬੜੇ ਆਨੰਦ ਵਿੱਚ ਉਹਨੇ ਸੰਸਾਰ ਦਾ ਪ੍ਰਬੰਧ ਚਲਾਉਣ ਲਈ ਜਿਹੜੀ ਸ਼ਕਤੀ ਭੇਜੀ ਇੱਥੇ, ਉਹਨੂੰ ਹੁਕਮ ਕਿਹਾ, ਉਹਨੂੰ ਨਾਮ ਕਿਹਾ, ਉਹਨੂੰ ਕਵਾਓ ਕਿਹਾ, ਉਹ ਚਲਾ ਰਹੀ ਸਾਰਿਆਂ ਜੀਵਾਂ ਦੇ ਵਿੱਚ। ਨਾਮ ਕੇ ਧਾਰੇ ਸਗਲੇ ਜੰਤ, ਉਹਨੂੰ ਹੁਕਮ ਕਿਹਾ। ਹੁਕਮ ਹੀ ਹੁਕਮ ਚਲਾਏ ਰਹੋ, ਇਸ ਰਾਹ ਤੇ ਤੁਰੀ ਜਾਂਦਾ ਹੁਕਮ, ਅਗਲੇ ਰਾਹ ਤੇ ਅਗਲੇ ਰਾਹ ਤੇ। ਪਰ ਅੱਗੇ ਇੱਕ ਬਚਨ ਕੀਤਾ, ਨਾਨਕ ਬਿਗਸੈ ਵੇ ਪ੍ਰਵਾਹੋ। ਹੁਣ ਵੇਖੋ ਇੱਥੇ ਇੱਕ ਸ਼ਬਦ ਕਿਹਾ ਹੈ, ਕਹਿੰਦੇ ਬੰਦੇ ਨੂੰ ਥੋੜੇ ਜਿਹੇ ਕੰਮ ਜ਼ਿਆਦਾ ਪੈ ਜਾਣ, ਜ਼ਿਆਦਾ ਕੰਮ ਪੈ ਜਾਣ ਤੇ ਬੰਦਾ ਅੱਕ ਜਾਂਦਾ ਹੈ। ਥੋੜਾ ਜਿਹਾ ਜੰਜਾਲ ਵਧਿਆ, ਨਹੀਂ 4 ਜੀ ਸਨ ਘਰ ਦੇ, 8 ਹੋ ਗਏ, 8 ਨਹੀਂ 10 ਹੋ ਗਏ, 15 ਹੋ ਗਏ, ਅੱਕ ਜਾਂਦਾ। ਉਹ ਕਹਿੰਦਾ ਕਦੋਂ ਜਾਨ ਛੁੱਟੇਗੀ, ਕਦੋਂ ਵਿਹਲੇ ਹੋ। ਰਿਟਾਇਰਮੈਂਟ ਮਨੁੱਖ ਦੀ ਮੰਗ ਹੈ, ਮੁਕਤ ਹੋਣਾ ਚਾਹੁੰਦਾ ਕੰਮਾਂ ਤੋਂ। ਕਿਉਂ? ਉਹ ਕਹਿੰਦਾ ਮੇਰੇ ਤੋਂ ਪ੍ਰਬੰਧ ਨਹੀਂ, ਸਾਰੀ ਉਮਰ ਹੋ ਗਈ ਪ੍ਰਬੰਧ ਕਰਦਿਆਂ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਇੰਨਾ ਬੇਅੰਤ ਹੈ, ਏਡੇ ਵੱਡੇ ਸੰਸਾਰ ਦੀ ਪਾਲਣਾ ਕਰ ਰਿਹਾ, ਏਡੇ ਵੱਡੇ ਇੱਕ ਇੱਕ ਜੀਵ ਨੂੰ ਰੋਜੀ ਦੇ ਰਿਹਾ ਤੇ ਉਹਦੀ ਪਾਲਣਾ ਕਰ ਰਿਹਾ, ਪਰ ਕਦੀ ਅੱਕਦਾ ਨਹੀਂ, ਕਦੀ ਕਾਹਲਾ ਨਹੀਂ ਪੈਂਦਾ। ਨਾਨਕ ਵਿਗਸੈ, ਵਿਗਸੈ ਦਾ ਅਰਥ ਹੈ ਖੁਸ਼ ਹੁੰਦਾ, ਬੇਪਰਵਾਹ, ਬੇਪਰਵਾਹ ਵੀ ਰਹਿੰਦਾ ਹੈ। ਪਰ ਜਿਹੜਾ ਮਨੁੱਖ ਉਹਦੇ ਨਾਲ ਜੁੜ ਗਿਆ, 2 ਗੁਣ ਉਹਨੂੰ ਵੀ ਦੇਗਾ ਰੱਬ, ਗੁਰੂ ਉਸ ਨੂੰ ਬਖਸ਼ ਦਿੰਦਾ। ਜਿਹਦੇ ਅੰਦਰ ਉਹ ਟਿਕ ਗਿਆ, ਉਹ ਇਸ ਸੰਸਾਰ ਦੇ ਭਵਜਲ ਝੰਬੇੜਿਆਂ ਵਿੱਚ ਬੈਠਾ ਹੋਇਆ ਵੀ, ਰੌਲਿਆਂ ਵਿੱਚ ਬੈਠਾ ਹੋਇਆ ਵੀ ਖੁਸ਼ ਰਹਿੰਦਾ, ਵਿਗਸਿਆ, ਤੇ ਪ੍ਰਵਾਹ ਤੋਂ ਰਹਿਤ ਬੇਪਰਵਾਹ ਵੀ ਰਹਿੰਦਾ। ਪਰ ਜਿੰਨਾ ਚਿਰ ਉਹ ਜੁੜਿਆ ਨਹੀਂ, ਉਹਨਾਂ ਚਿਰ ਖੁਸ਼ ਵੀ ਨਹੀਂ ਹੋ ਸਕਦਾ ਤੇ ਬੇਪਰਵਾਹ ਨਹੀਂ ਹੋ ਸਕਦਾ। ਇਸ ਤਰ੍ਹਾਂ ਉਹ ਆਪਣੇ ਹੁਕਮ ਦੀ ਸ਼ਕਤੀ ਦੁਆਰਾ ਸਾਰੇ ਹੀ ਜਗਤ ਨੂੰ ਅੱਗੇ ਚਲਾ ਰਿਹਾ ਹੈ।